ਜਫ਼ਰਨਾਮਾ ਫਾਰਸੀ ਭਾਸ਼ਾ 'ਚ ਲਿਖਿਆ ਸੀਗਾ, ਭਾਸ਼ਾ ਦਾ ਅੱਖਰ ਆ ਜਫ਼ਰਨਾਮਾ। ਇਹਦਾ ਮਤਲਬ ਹੁੰਦਾ ਜਿੱਤ ਦਾ ਪੱਤਰ। ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੀ ਸ਼ੈਲੀ ਸੀਗੀ, ਲਿਖਣ ਦਾ ਤਰੀਕਾ ਸੀਗਾ, ਜਦੋਂ ਕੋਈ ਵੀ ਚੀਜ਼ ਲਿਖਦੇ ਸੀਗੇ ਤਾਂ ਉਹਦੇ ਸਟਾਰਟਿੰਗ ਦੇ ਵਿੱਚ ਉਹ ਪਰਮੇਸ਼ਰ ਦੀ ਵਡਿਆਈ ਕਰਦੇ ਹੁੰਦੇ ਸੀਗੇ, ਪਰਮੇਸ਼ਰ ਦੀ ਮਤਲਬ ਉਸਤਤੀ ਕਰਦੇ ਹੁੰਦੇ ਸੀਗੇ। ਹਰ ਇੱਕ ਚੀਜ਼ ਜਦੋਂ ਉਹਨਾਂ ਨੂੰ ਆਦਤ ਸੀਗੀ ਇਹ, ਪਹਿਲਾਂ ਉਹ ਉਹਨਾਂ ਦਾ ਨਾਂ ਲੈ ਕੇ ਮਤਲਬ ਉਹਨਾਂ ਦੇ ਗੁਣ ਗਣਾਉਂਦੇ ਹੁੰਦੇ ਸੀਗੇ। ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਉਹੀ ਗੱਲਾਂ ਕਹੀਆਂ ਨੇ ਵੀ ਉਹਦੇ ਕੀ ਕੀ ਗੁਣ ਨੇ। ਹੁਣ ਇਹ ਗੱਲਾਂ ਨੂੰ ਜੇ ਸਿੱਖ ਪੜ੍ਹ ਕੇ ਨਹੀਂ ਮੰਨਦੇ ਤਾਂ ਉਹ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਨੇ। ਉਹਨਾਂ ਮਤਲਬ ਇਹਨੂੰ ਪੜ੍ਹ ਕੇ ਪਤਾ ਲੱਗਦਾ ਵੀ ਰੱਬ ਅਸਲ 'ਚ ਹੈ ਕੀ ਚੀਜ਼। ਜਿਹੜੀਆਂ ਚੀਜ਼ਾਂ ਇਹ ਲਿਖੀਆਂ ਹੋਈਆਂ ਨੇ ਪਤਾ ਲੱਗ ਜੂਗਾ ਵੀ ਨਾ ਉਹ ਗੁਰਦੁਆਰਿਆਂ 'ਚ ਆ, ਨਾ ਮੰਦਿਰਾਂ 'ਚ ਆ, ਨਾ ਮਸੀਤਾਂ 'ਚ। ਮਤਲਬ ਇਹ ਬਿਜ਼ਨਸ ਖੋਲ੍ਹੇ ਹੋਏ ਨੇ ਇਹਨਾਂ ਧਰਮਾਂ ਦੇ ਲੋਕਾਂ ਨੇ। ਪਰਮੇਸ਼ਰ ਕਰਾਮਾਤ ਵਿੱਚ ਪੂਰਨ, ਸਦਾ ਰਹਿਣ ਵਾਲਾ, ਕਿਰਪਾਲੂ, ਖੁਸ਼ੀਆਂ ਬਖਸ਼ਣ ਵਾਲਾ, ਰੋਜ਼ੀ ਦੇਣ ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ ਹੈ। ਉਹ ਇਮਾਨ ਅਤੇ ਸੁੱਖ ਦੇਣ ਵਾਲਾ, ਖਿਮਾ ਕਰਨ ਵਾਲਾ, ਹੱਥ ਫੜਨ ਵਾਲਾ, ਭੁੱਲਾਂ ਮਾਫ਼ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮਨ ਨੂੰ ਪਸੰਦ ਆਉਣ ਵਾਲਾ ਹੈ। ਉਹ ਬਾਦਸ਼ਾਹ ਦਾ ਬਾਦਸ਼ਾਹ, ਖੂਬੀਆਂ ਗੁਣ ਦੇਣ ਵਾਲਾ, ਪਥ ਪ੍ਰਦਰਸ਼ਨ ਕਰਨ ਵਾਲਾ, ਰੰਗ ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ। ਉਸ ਕੋਲ ਨਾ ਕੋਈ ਸਮਾਨ ਹੈ, ਨਾ ਬਾਜ਼ ਹੈ ਅਤੇ ਨਾ ਹੀ ਫੌਜ ਅਤੇ ਗਲੀਚੇ ਹਨ। ਇੰਨਾ ਕੁਛ ਨਾ ਹੋਣ ਦੇ ਬਾਵਜੂਦ ਵੀ ਪਰ ਪਰਮੇਸ਼ਰ ਸੁੱਖ ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ। ਉਹ ਸੰਸਾਰਿਕ ਪ੍ਰਪੰਚ ਤੋਂ ਪਵਿੱਤਰ, ਬਲਸ਼ਾਲੀ, ਸਾਖਿਅਤ, ਵਡਿਆਈ ਦੇਣ ਵਾਲਾ ਅਤੇ ਹਰ ਥਾਂ ਉੱਤੇ ਮੌਜੂਦ ਹੈ। ਉਹ ਦਾਤਾਂ ਦੇਣ ਵਾਲਾ, ਪਵਿੱਤਰ, ਪਾਲਣਾ ਕਰਨ ਵਾਲਾ, ਰਹਿਮ ਕਰਨ ਵਾਲਾ ਅਤੇ ਹਰ ਇੱਕ ਨੂੰ ਰੋਜ਼ੀ ਦੇਣ ਵਾਲਾ ਹੈ। ਪਰਮੇਸ਼ਰ ਸਭ ਦਾ ਸੁਆਮੀ, ਵੱਡਿਆਂ ਤੋਂ ਵੀ ਵੱਡਾ, ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਦਿਆਲੂ ਹੈ। ਉਹ ਸ੍ਰੇਸ਼ਟ ਅਕਲ ਵਾਲਾ, ਗਰੀਬਾਂ ਦੀ ਦੇਖਭਾਲ ਕਰਨ ਵਾਲਾ, ਨਿਰਧਨ ਦੀ ਪਾਲਣਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ। ਉਹ ਧਰਮ ਦੀ ਪਾਲਣਾ ਕਰਨ ਵਾਲਾ, ਵਡਿਆਈਆਂ ਦਾ ਠਿਕਾਣਾ, ਵਾਸਤਵਿਕਤਾ ਹੁੰਦੀ ਆ ਅਸਲੀਅਤ, ਵਾਸਤਵਿਕਤਾ ਨੂੰ ਸਮਝਣ ਵਾਲਾ, ਨਬੀਆਂ ਨੂੰ ਕਿਤਾਬ ਪ੍ਰਦਾਨ ਕਰਨ ਵਾਲਾ। ਨਬੀ ਮਤਲਬ ਹਜ਼ਰਤ ਮੁਹੰਮਦ ਨੇ ਕੁਰਾਨ ਸ਼ਰੀਫ ਲਿਖੀ ਸੀ, ਉਹ ਨਬੀਆਂ ਨੂੰ ਵੀ ਬੁੱਧੀ ਦਿੰਦਾ ਵੀ ਉਹ ਕੁਛ ਲਿਖ ਸਕਣ, ਜਾਂ ਜਿਵੇਂ ਭਗਤਾਂ ਨੇ ਗੁਰਬਾਣੀ ਲਿਖੀ ਆ। ਇਹ ਸਭ ਪਰਮੇਸ਼ਰ ਦੀ ਦਿੱਤੀਆਂ ਦਾਤਾਂ ਨੇ। ਉਹ ਦਾਨੀ ਦੀ ਪਛਾਣ ਕਰਨ ਵਾਲਾ, ਅਕਲ ਦਾ ਸੁਆਮੀ, ਸੱਤਿਅਤਾ ਨੂੰ ਪਛਾਣਨ ਵਾਲਾ ਅਤੇ ਸਰਬੱਤਰ ਪ੍ਰਕਾਸ਼ਿਤ ਹੋਣ ਵਾਲਾ ਹੈ। ਪਰਮੇਸ਼ਰ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ, ਹਰ ਕੰਮ ਦੀ ਗੁੰਝਲ ਨੂੰ ਖੋਲ੍ਹਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ ਦੇਣ ਵਾਲਾ ਹੈ। ਸੰਸਾਰ ਦੇ ਸਾਰੇ ਕੰਮਾਂ ਨੂੰ ਚਲਾਉਣ ਵਾਲਾ, ਉਹ ਮਹਾਨ ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ ਨਾਇਕ ਹੈ। ਜੋ ਵੀ ਆ ਹੇ ਔਰੰਗਜ਼ੇਬ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ, ਇਹ ਸਿਰਫ ਸਮਝਾਉਣ ਲਈ ਉਹ ਲਿਖਿਆ ਹੋਇਆ ਵੀ ਕਿਹਨੂੰ ਕਹੀ ਗੱਲ। ਹੇ ਔਰੰਗਜ਼ੇਬ, ਮੈਨੂੰ ਤੇਰੀ ਇਸ ਕਸਮ ਉੱਤੇ ਯਕੀਨ ਨਹੀਂ ਹੈ। ਇਹ ਬੈਕਗਰਾਊਂਡ ਆ ਵੀ ਮਤਲਬ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਹ ਛੱਡਦੇ ਨਹੀਂ ਸੀਗੇ। ਉਹਨਾਂ ਨੂੰ ਪਤਾ ਸੀ ਵੀ ਸਾਡੇ 'ਤੇ ਹਮਲਾ ਹੋ ਸਕਦਾ। ਔਰੰਗਜ਼ੇਬ ਨੇ ਚਿੱਠੀ ਲਿਖ ਕੇ ਭੇਜੀ ਸੀਗੀ, ਉਹਦੇ ਵਿੱਚ ਕਸਮ ਖਾਧੀ ਸੀ ਵੀ ਮੇਰੇ ਸਿਰ 'ਤੇ ਕੁਰਾਨ ਆ, ਮੈਂ ਕੁਰਾਨ ਦੀ ਕਸਮ ਖਾ ਕੇ ਕਹਿਣਾ ਵੀ ਤੇਰੇ 'ਤੇ ਕੋਈ ਹਮਲਾ ਨਹੀਂ ਕਰੂਗਾ, ਤੂੰ ਕਿਲ੍ਹਾ ਛੱਡ ਕੇ ਸਾਡੇ ਵੱਲ ਆ ਜਾ, ਸਾਊਥ ਇੰਡੀਆ ਸਾਈਡ, ਵੀ ਅਸੀਂ ਤੈਨੂੰ ਮਹਿਫੂਜ਼ ਜਗ੍ਹਾ 'ਤੇ ਰੱਖਾਂਗੇ। ਵੀ ਇਹ ਪਹਾੜੀ ਰਾਜਿਆਂ ਨਾਲ ਤੇਰਾ ਵੈਦ ਵਿਰੋਧ ਵੱਧ ਚੱਲਿਆ ਵੀ, ਕਿਉਂਕਿ ਉਹ ਮੂਰਤੀ ਪੂਜਾ ਦੇ ਅਗੇਂਸਟ ਸੀਗੇ। ਅਸਲ 'ਚ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਕਾਰਨ ਇਹ ਸੀਗਾ ਵੀ ਮੂਰਤੀ ਪੂਜਾ ਦੇ ਅਗੇਂਸਟ ਪੂਰੀ ਮੁਹਿੰਮ ਸਥਾਪਿਤ ਕਰਤੀ ਸੀ ਵੀ ਇਹ ਜਿਹੜਾ ਝੂਠਾ ਹਿੰਦੂਇਜ਼ਮ ਹੈ ਇਹਨੂੰ ਖ਼ਤਮ ਕਰਨਾ। ਕਿਉਂਕਿ 9ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਵਿੱਚ ਪਹਾੜੀ ਹਿੰਦੂਆਂ ਨੇ, ਕਸ਼ਮੀਰੀ ਪੰਡਤਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਸਿੱਖ ਮੱਤ ਨੂੰ ਅਪਣਾਵਾਂਗੇ, ਪਰ ਉਹਨਾਂ ਨੇ ਅਪਣਾਇਆ ਨਹੀਂ ਗਾ। ਉਵੇਂ ਹੀ ਆਪਣੀ ਮੂਰਤੀ ਪੂਜਾ ਸਥਾਪਿਤ ਰੱਖੀ, ਜੋ ਕਿ ਪਖੰਡਵਾਦ ਆ, ਸਨਾਤਨੀ ਮੱਤ ਆ, ਵੈਦਿਕ ਧਰਮ ਨਹੀਂ ਹੈਗਾ। ਗੋਬਿੰਦ ਸਿੰਘ ਜੀ ਨੇ ਪ੍ਰਣ ਲੈ ਲਿਆ ਸੀਗਾ। ਉਹ 10 ਗ੍ਰੰਥ ਸਾਰਾ ਉਸੇ ਆਧਾਰਿਤ 'ਤੇ ਲਿਖਿਆ ਹੋਇਆ ਵੀ ਕਿਵੇਂ ਨਾ ਕਿਵੇਂ ਜਿਹੜਾ ਝੂਠਾ ਹਿੰਦੂਇਜ਼ਮ ਆ ਉਹਨੂੰ ਕਿਵੇਂ ਲੋਕਾਂ ਦੇ ਸਾਹਮਣੇ ਉਹਦਾ ਪਰਦਾਫਾਸ਼ ਕੀਤਾ ਜਾਵੇ। ਦੇਵੀਆਂ ਦੀ ਡੈਫੀਨੇਸ਼ਨ ਦਿੱਤੀ ਹੋਈ ਆ ਵੀ ਦੇਵੀ ਕੌਣ ਹੁੰਦੀ ਆ, ਦੁਰਗਾ ਜਾਂ ਭਵਾਨੀ ਜਾਂ ਕਾਲਕਾ, ਜੋ ਵੀ ਇੱਕ ਬਾਣੀ ਲਿਖੀ ਹੋਈ ਆ ਉਗਰਦੰਤੀ, ਭਿਆਨਕ ਦੰਦਾਂ ਵਾਲੀ, ਉਹਦੇ ਵਿੱਚ ਸਾਰੀਆਂ ਦੇਵੀਆਂ ਦੀਆਂ ਡੈਫੀਨੇਸ਼ਨਾਂ ਸਭ, ਜਿਵੇਂ ਪ੍ਰਥਮ ਕਾਲ ਸਭ ਜਗ ਕੋ ਦਾਤਾ, ਤਾਤੇ ਤੇਜ ਭਿਓ ਵਿਖਿਆਤਾ, ਜਿਨ ਸਗਰੀ ਸਿਸਟ ਪਾਈ ਸੋਈ ਭਵਾਨੀ ਨਾਮ ਕਾਹੀ। ਭਵਾਨੀ ਦੀ ਡੈਫੀਨੇਸ਼ਨ ਆ ਇਹ। ਚੰਡੀ ਦੀ ਡੈਫੀਨੇਸ਼ਨ ਹੈ, ਚੰਡੀ ਦੀ ਵਾਰ ਦੇ ਵਿੱਚ ਆਉਂਦੀ ਆ, ਸਭ ਪ੍ਰਮੁੱਧ ਕਰਨ ਸਭ ਭੈ ਹਰਨ, ਨਾਮ ਚੰਡ ਕਾ ਜਾਸ। ਇਸ ਲਈ ਉਹਨਾਂ ਨੇ ਇਹ ਪਖੰਡਵਾਦ ਨੂੰ ਦੂਰ ਕਰਨ ਲਈ ਇਹ ਬੀੜਾ ਚੱਕਿਆ ਸੀ। ਅਤੇ ਉਹ ਹਿੰਦੂ ਰਾਜਿਆਂ ਨੂੰ ਅਤੇ ਪੰਡਤਾਂ ਨੂੰ ਜਿਹੜੇ ਚੜ੍ਹਾਵਾ ਆਉਂਦਾ ਸੀਗਾ, ਜਿਵੇਂ ਅੱਜ ਕੱਲ੍ਹ ਗੁਰਦੁਆਰਿਆਂ ਤੋਂ ਪੈਸੇ ਆਉਂਦੇ ਨੇ ਗ੍ਰੰਥੀਆਂ ਨੂੰ, ਉਹੀ ਕੰਮ ਪਹਿਲਾਂ ਹੁੰਦਾ ਸੀ। ਮੰਦਿਰਾਂ 'ਚ ਚੜ੍ਹਾਵਾ, ਮੂਰਤੀਆਂ ਨੂੰ ਸੋਨੇ ਦੇ ਮੁਕਟ, ਲੋਕ ਮੱਥਾ ਟੇਕਦੇ ਸੀ ਅਤੇ ਪੂਜਾ ਕਰਦੇ ਸੀ।
ਪੂਰਤੀਆਂ ਦੀ, ਉਹ ਦੱਸਦੇ ਸੀਗੇ ਲੋਕਾਂ ਨੂੰ। ਖਾਲਸਾ ਦੱਸਦਾ ਸੀ ਵੀ ਇਹ ਗੱਲ ਵੀ ਪੱਥਰ 'ਚ ਪਰਮੇਸ਼ਰ ਨਹੀਂ ਹੁੰਦਾ। ਕਾਹਾਂ ਕੋ ਪਾਹਨ ਪੂਜਤ ਹੈ ਪਜੂ ਪਾਹਨ ਹੈ ਮੇ ਪਰਮੇਸ਼ਰ ਨਹੀਂ, ਜੇ ਕੋ ਰਾਮ ਅਜੋਨ ਅਜੈ ਹੈ ਤਾਏ ਕਾਹੇ ਕੋ ਕੌਸ਼ਲ ਕੁਖ ਜਯੋ ਜੂ। ਖਾਲਸਾ ਇਹ ਗੱਲਾਂ ਪ੍ਰਚਾਰਿਤ ਕਰਦਾ ਸੀ ਅਤੇ ਉਹ ਚੁੱਭਦੀਆਂ ਸੀ ਸਨਾਤਨੀ ਮੱਤ ਵਾਲਿਆਂ ਨੂੰ। ਇਸੇ ਗੱਲ ਦੇ ਵਿਰੋਧ 'ਚ ਉਹ ਹਮਲੇ ਕਰਦੇ ਰਹੇ ਨੇ। ਕਾਜੀ ਦੇ ਵਿਰੁੱਧ ਵੀ ਲਿਖੀਆਂ, ਤਾਂ ਕਰਕੇ ਕਾਜੀ ਵੀ ਹਿੰਦੂਆਂ ਦੇ ਨਾਲ ਮਿਲ ਗਿਆ ਸੀਗਾ। ਉਹ ਫਿਰ ਇਹ ਜਫਰਨਾਮੇ 'ਚ ਉਹੀ ਕਸਮ ਦਾ ਜ਼ਿਕਰ ਕੀਤਾ ਵੀ ਤੂੰ ਤਾਂ ਕਸਮ ਖਾਧੀ ਸੀ ਕੁਰਾਨ ਦੀ, ਤੇਰੀ ਸੈਨਾ ਨੇ ਫਿਰ ਮੇਰੇ 'ਤੇ ਹਮਲਾ ਕਰਤਾ, ਤੇ ਤੈਨੂੰ ਕੌਣ ਧਾਰਮਿਕ ਬੰਦਾ ਕਹਿ ਦੂਗਾ ਜਦ ਤੂੰ ਆਪਣੀ ਕਸਮ ਤੋਂ ਹੀ ਮੁੱਕਰ ਗਿਆ। ਉਹੀ ਗੱਲ ਦੱਸੀ ਆ ਕਿ ਮੈਨੂੰ ਤੇਰੀ ਇਸ ਕਸਮ ਉੱਤੇ ਯਕੀਨ ਨਹੀਂ ਹੈ। ਖੁਦਾ ਇੱਕ ਹੈ ਅਤੇ ਸਾਡੇ ਦੋਵਾਂ ਵਿੱਚ ਗਵਾਹ ਹੈ। ਉਹ ਕਸਮ ਉੱਤੇ ਮੇਰਾ ਜਰਾ ਜਿੰਨਾ ਵੀ ਇਤਬਾਰ ਨਹੀਂ ਹੈ। ਤੇਰੇ ਬਖਸ਼ੀ ਦੇ ਦੀਵਾਨ ਮੁਸਾਹਿਬ ਸਭ ਝੂਠ ਬੋਲਣ ਵਾਲੇ ਹਨ, ਵੀ ਤੇਰੇ ਜਿਹੜੇ ਦੀਵਾਨ 'ਚ ਮੰਤਰੀ ਨੇ ਸਭ ਝੂਠ ਬੋਲਦੇ ਨੇ, ਤੈਨੂੰ ਗਲਤ ਸਿੱਖਿਆ ਦੱਸਦੇ ਨੇ, ਮੇਰੇ ਵਿਰੁੱਧ ਭੜਕਾਉਂਦੇ ਨੇ। ਇਹ ਹਿੰਦੂ ਰਾਜਿਆਂ ਨੇ ਭੜਕਾ ਕੇ ਹਮਲਾ ਕਰਵਾਇਆ ਸੀਗਾ, ਉਹ ਅੱਗੇ ਦੱਸਣਗੇ ਅੱਗੇ ਜਾ ਕੇ। ਜੋ ਵਿਅਕਤੀ ਤੇਰੀ ਕੁਰਾਨ ਦੀ ਕਸਮ 'ਤੇ ਵਿਸ਼ਵਾਸ ਕਰਦਾ ਹੈ ਉਹ ਆਖਰੀ ਸਮੇਂ ਵਿੱਚ ਖੁਆਰ ਹੁੰਦਾ ਹੈ। ਉਹ ਇਹੀ ਆਪਣਾ ਹੀ ਜ਼ਿਕਰ ਕਰਦੇ ਨੇ ਵੀ ਮੈਂ ਤੇਰੀ ਕੁਰਾਨ ਦੀ ਕਸਮ 'ਤੇ ਵਿਸ਼ਵਾਸ ਕੀਤਾ ਅਤੇ ਮੈਂ ਖੁਆਰ ਹੋਇਆ ਐਂਡ 'ਚ। ਜੇ ਕੋਈ ਵਿਅਕਤੀ ਹੁਮਾ ਪੰਛੀ ਦੀ ਛਾਇਆ ਹੇਠਾਂ ਆ ਜਾਵੇ, ਹੁਮਾ ਕੋਈ ਪੰਛੀ ਹੋਣਾ, ਫਾਰਸੀ 'ਚ ਕਹਿੰਦੇ ਹੋਣਗੇ ਕਿਸੇ ਪੰਛੀ ਨੂੰ। ਮੇਰੇ ਖਿਆਲ 'ਚ ਇਹ ਹੁਮਾ ਹੁਕਮ ਵਿਸ਼ਲੇਸ਼ਣ ਵਰਤਿਆ ਹੋਇਆ ਵੀ ਜੇ ਉਹ ਹੁਕਮ ਦੇ ਵਿੱਚ ਹੁੰਦਾ ਕਾਲ ਹੱਥ ਵੀ ਨਹੀਂ ਪਾ ਸਕਦਾ। ਇਹ ਇੱਕ ਬੁਝਾਰਤ ਦੇ ਤੌਰ 'ਤੇ ਲਾਈਨ ਲਿਖੀ ਹੋਈ ਆ ਵੀ ਜੋ ਕੋਈ ਵਿਅਕਤੀ ਹੁਮਾ ਪੰਛੀ ਦੀ ਛਾਇਆ ਹੇਠਾਂ ਆ ਜਾਵੇ ਤੇ ਕਾਂ ਹੱਥ ਨਹੀਂ ਰੱਖ ਸਕਦਾ, ਭਾਵੇਂ ਕਿੰਨਾ ਵੀ ਦਲੇਰ ਕਿਉਂ ਨਾ ਹੋਵੇ। ਗੁਰਬਾਣੀ 'ਚ ਵੀ ਲੈਣਾ ਵੀ ਜਦੋਂ ਤੋਤਾ ਪਿੰਜਰੇ 'ਚ ਆ ਗਿਆ, ਕਾਲ ਬਿੱਲੀ ਉਹਨੂੰ ਖਾ ਨਹੀਂ ਸਕਦੀ। ਜੇ ਕੋਈ ਬੰਦਾ ਸ਼ੇਰ ਦੀ ਪਿੱਠ ਪਿੱਛੇ ਖੜਾ ਹੋਵੇ ਤਾਂ ਬੱਕਰੀ, ਭੇਡ ਅਤੇ ਹਿਰਨ ਫੜ ਨਹੀਂ ਸਕਦੇ, ਸਗੋਂ ਉਸ ਕੋਲੋਂ ਗੁਜ਼ਰ ਵੀ ਨਹੀਂ ਸਕਦੇ। ਇਹ ਵੀ ਗੁਰਬਾਣੀ ਵਿੱਚ ਲੈਣ ਆ ਵੀ ਸਿੰਘ ਕਤ ਸ਼ਰਨ ਕਤ ਜਾਈਏ ਜੰਬਗ ਰਾਸੇ ਛਿ, ਵੀ ਮਤਲਬ ਜਿਹੜਾ ਸਿੰਘ ਦੀ ਸ਼ਰਨ 'ਚ ਚਲੇ ਜਾਂਦਾ ਉਹਨੂੰ ਗਿੱਦੜਾਂ ਦਾ ਕੋਈ ਡਰ ਨਹੀਂ ਹੁੰਦਾ, ਗਿੱਦੜ ਉਹਨੂੰ ਖਾ ਨਹੀਂ ਸਕਦਾ। ਉਹ ਗੁਰਬਾਣੀ ਦੀ ਲਾਈਨ ਇਹ ਵਰਤੀ ਹੋਈ ਆ ਸਾਰੀ ਇਹ। ਜੇਕਰ ਮੈਂ ਕੁਰਾਨ ਦੀ ਕਸਮ ਦੇ ਗੁਪਤ ਫਰੇਬ ਦਾ ਧੋਖਾ ਨਾ ਖਾਂਦਾ ਤਾਂ ਮੈਂ ਆਪਣੀ ਪਿਆਰੀ ਫੌਜ ਨੂੰ ਅਤੇ ਜਗ੍ਹਾ ਨੂੰ ਨਾ ਛੱਡਦਾ। ਹੁਣ ਇੱਥੇ ਇਹ ਗੱਲ ਸਮਝਣ ਵਾਲੀ ਆ ਜਿਹੜੀ ਆਹ ਲੈਣ ਆ, ਦਿਲਾਂ ਦੀ ਜਾਣਨ ਵਾਲੇ ਨਹੀਂ ਸੀਗੇ, ਉਹਨਾਂ ਨੇ ਵੀ ਧੋਖਾ ਖਾਧਾ, ਉਹ ਵੀ ਆਮ ਬੰਦਿਆਂ ਨੂੰ ਜੱਜ ਕਰਦੇ ਸੀਗੇ। ਦਿਲਾਂ ਦੀਆਂ ਜਾਣਨ ਵਾਲਾ ਤਾਂ ਇਕੱਲਾ ਪਰਮੇਸ਼ਰ ਹੀ ਆ, ਉਹੀ ਜਾਣ ਸਕਦਾ ਸਭ ਨੂੰ। ਉਹ ਕਹਿੰਦੇ ਵੀ ਮੈਂ ਤੁਹਾਡੀ ਕਸਮ ਦੇ ਪਿੱਛੇ ਗੁਪਤ ਫਰੇਬ ਨੂੰ ਨਹੀਂ ਪਛਾਣ ਸਕਿਆ, ਤਾਂ ਕਰਕੇ ਮੈਂ ਧੋਖਾ ਖਾਧਾ, ਨਹੀਂ ਮੈਂ ਕਿਲ੍ਹਾ ਨਹੀਂ ਛੱਡਣਾ ਸੀਗਾ। ਮੇਰੇ 40 ਭੁੱਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ ਜਦੋਂ ਉਹਨਾਂ ਉੱਤੇ ਅਚਾਨਕ 10 ਲੱਖ ਸੈਨਿਕ ਟੁੱਟ ਕੇ ਆ ਪਏ ਹੋਣ। ਤੇਰੇ ਬਚਨ ਨੂੰ ਤੋੜਨ ਵਾਲੇ ਸਿਪਾਹੀ ਝਟਪਟ ਤੇਗਾਂ, ਤੀਰਾਂ ਤੇ ਬੰਦੂਕਾਂ ਸਮੇਤ ਆ ਗਏ। ਤਦ ਬੇਵੱਸ ਹੋ ਕੇ ਮੈਂ ਯੁੱਧ ਭੂਮੀ ਵਿੱਚ ਆ ਗਿਆ ਅਤੇ ਤੀਰਾਂ ਤੇ ਬੰਦੂਕਾਂ ਨੂੰ ਵਿਧੀ ਪੂਰਵਕ ਧਾਰਨ ਕਰਕੇ ਆਇਆ। ਜਦੋਂ ਕਿਸੇ ਕੰਮ ਲਈ ਸਾਰੇ ਹੀਲੇ ਖਤਮ ਹੋ ਜਾਣ ਤਾਂ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ। ਮੈਂ ਤੇਰੀ ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ? ਨਹੀਂ ਤਾਂ ਤੂੰ ਹੀ ਦੱਸ ਕਿ ਮੇਰਾ ਇਸ ਰਾਹ ਉੱਤੇ ਚੱਲਣ ਦਾ ਕੀ ਕੰਮ ਸੀ। ਮੈਂ ਨਹੀਂ ਜਾਣਦਾ ਸੀ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ, ਨਹੀਂ ਤਾਂ ਹਰਗਿਜ਼ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ। ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ ਉਸ ਨੂੰ ਨਾ ਤਾਂ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ। ਇਸ ਦੇ ਉਲਟ ਕਾਲੇ ਵਸਤਰਾਂ ਵਾਲੇ ਤੇਰੇ ਸੈਨਿਕ ਮੱਖੀਆਂ ਵਾਂਗ ਆ ਪਏ। ਉਹਨਾਂ ਦਾ ਕਿਹੜਾ ਕੋਈ ਇਰਾਦਾ ਸੀਗਾ ਲੜਨ ਦਾ, ਜਾਂ ਕੋਈ ਉਹ ਕਿਹੜਾ ਜ਼ਮੀਨ ਦੇ ਟੁਕੜੇ ਖਾਤਰ ਜਾਂ ਰਾਜ ਖਾਤਰ ਲੜਦੇ ਸੀਗੇ। ਉਹ ਤਾਂ ਸੱਚ 'ਤੇ ਚੱਲਦੇ ਸੀ, ਸੱਚ 'ਤੇ ਚੱਲਣ ਦੀ ਸਜ਼ਾ ਮਿਲੀ ਸੀਗੀ, ਉਹਨਾਂ ਨੇ ਸਾਰਾ ਪਰਿਵਾਰ ਖਤਮ ਕਰਤਾ ਸੀ। ਉਹ ਰੌਲਾ ਪਾਉਂਦੇ ਹੋਏ ਇੱਕੋ ਵਾਰੀ ਹੀ ਆ ਪਏ। ਤੇਰਾ ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ ਉਹ ਮੇਰਾ ਇੱਕੋ ਤੀਰ ਖਾ ਕੇ ਲਹੂ ਵਿੱਚ ਗਰਕ ਹੋ ਗਿਆ। ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ ਉਸ ਨੇ ਨਾ ਤੀਰ ਖਾਧਾ ਅਤੇ ਨਾ ਖੁਆਰ ਹੋਇਆ। ਜਦੋਂ ਮੈਂ ਵੇਖਿਆ ਕਿ ਨਾਹਰ ਖਾਂ ਯੁੱਧ ਕਰਨ ਲਈ ਆਇਆ ਹੈ ਤਾਂ ਮੈਂ ਉਸ ਨੂੰ ਇੱਕ ਤੀਰ ਦਾ ਜਲਦੀ ਨਾਲ ਸੁਆਦ ਚਖਾ ਦਿੱਤਾ। ਅੰਤ ਵਿੱਚ ਰਣ ਭੂਮੀ ਵਿੱਚੋਂ ਉਹ ਪਠਾਨ ਵੀ ਭੱਜ ਗਏ ਜੋ ਬਾਹਰ ਬੈਠੇ ਬਹੁਤ ਸ਼ੇਖੀਆਂ ਮਾਰ ਰਹੇ ਸਨ। ਫਿਰ ਇੱਕ ਹੋਰ ਪਠਾਨ ਯੁੱਧ ਕਰਨ ਲਈ ਆਇਆ। ਹੁਣ ਮਾੜੀ ਮੋਟੀ ਤਾਰੀਫ ਵੀ ਕਰਦੇ ਨੇ ਉਹਨਾਂ ਦੇ ਕਿਸੇ ਯੋਧੇ ਦੀ। ਉਹ ਐਵੇਂ ਆਇਆ ਵੀ ਜਿਵੇਂ ਹੜ੍ਹ ਆਉਂਦਾ ਹੈ ਜਾਂ ਤੀਰ ਅਤੇ ਬੰਦੂਕ ਦੀ ਗੋਲੀ ਆਉਂਦੀ ਹੈ। ਉਸਨੇ ਬਹੁਤ ਸਾਰੇ ਹਮਲੇ ਮਰਦਾਨਗੀ ਨਾਲ ਕੀਤੇ। ਕੁਝ ਹੁਸ਼ਿਆਰੀ ਵਾਲੇ ਸਨ ਅਤੇ ਕੁਝ ਦੀਵਾਨਿਆਂ ਵਰਗੇ ਸਨ। ਉਸਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖਮ ਵੀ ਖਾਧੇ। ਸਾਡੇ 2 ਆਦਮੀ ਮਾਰ ਦਿੱਤੇ ਅਤੇ ਆਪਣੀ ਜਾਨ ਵੀ ਸਪੁਰਦ ਕਰ ਗਿਆ। ਉਹ ਖਵਾਜਾ
ਕੋਈ ਖਵਾਜਾ ਯੋਧਾ ਸੀਗਾ, ਜ਼ਫਰ ਬੇਗ। ਕਾਇਰ ਵਾਂਗ ਦੀਵਾਰ ਦੀ ਓਟ ਵਿੱਚ ਹੀ ਰਿਹਾ, ਮੈਦਾਨ ਵਿੱਚ ਨਾ ਨਿਤਰਿਆ ਤੇ ਨਾ ਹੀ ਮਰਦਾਨਗੀ ਨਾਲ ਵਾਰ ਕੀਤਾ। ਖੇਦ ਹੈ, ਜੇ ਮੈਂ ਉਸ ਮਕਾਰ ਦਾ ਮੂੰਹ ਦੇਖ ਲੈਂਦਾ ਤਾਂ ਮਜਬੂਰ ਹੋ ਕੇ ਇੱਕ ਤੀਰ ਬਖਸ਼ ਦਿੰਦਾ, ਭਾਵ ਮਾਰ ਦਿੰਦਾ। ਅੰਤ ਵਿੱਚ ਤੀਰ ਅਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖਮ ਖਾ ਕੇ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸੈਨਿਕ ਥੋੜ੍ਹੇ ਸਮੇਂ ਵਿੱਚ ਮਾਰੇ ਗਏ। ਤੀਰਾਂ ਅਤੇ ਬੰਦੂਕਾਂ ਦੀਆਂ ਗੋਲੀਆਂ ਦੀ ਬਹੁਤ ਵਰਖਾ ਹੋਈ, ਜਿਸ ਕਰਕੇ ਧਰਤੀ ਲਾਲ ਪੁਸਤ ਦੇ ਫੁੱਲ ਵਰਗੀ ਹੋ ਗਈ। ਇਹ ਵੀ ਉਹਨਾਂ ਦੀ ਆਦਤ ਆ, ਉਪਮਾ ਅਲੰਕਾਰ ਵਰਤਦੇ ਨੇ। ਪੁਸਤ ਦੇ ਫੁੱਲ ਵਰਗੀ ਇਹ ਉਪਮਾ ਅਲੰਕਾਰ ਵਰਤਿਆ ਹੋਇਆ। ਤੇ ਲੜਾਈ ਦੇ ਮੈਦਾਨ ਦਾ ਵੀ ਦ੍ਰਿਸ਼ ਖਿੱਚਦੇ ਨੇ ਆਪਣੀ ਕਵਿਤਾ ਦੇ ਵਿੱਚ। ਇਹ ਵੀ ਬਹੁਤ ਉਹਨਾਂ ਦੀ ਲਿਖਣ ਸ਼ੈਲੀ ਇਹੋ ਜਿਹੀ ਹੋਈ ਆ। ਮੈਦਾਨੇ ਜੰਗ ਵਿੱਚ ਸਿਰਾਂ ਅਤੇ ਪੈਰਾਂ ਦਾ ਅੰਬਾਰ ਲੱਗ ਗਿਆ, ਜਿਵੇਂ ਮੈਦਾਨ ਗੇਂਦਾਂ ਖੁੰਡੀਆਂ ਨਾਲ ਭਰ ਗਿਆ ਹੋਵੇ। ਜਦੋਂ ਤੀਰਾਂ ਦੀ ਸਰਸਰਾਹਟ ਹੋਈ ਅਤੇ ਕਮਾਨਾਂ ਨੇ ਟੁਣਕਾਰ ਕੀਤੀ ਤਾਂ ਸਾਰਾ ਜਹਾਨ ਹਾਂ-ਹੂੰ ਨਾਲ ਭਰ ਗਿਆ, ਭਾਵ ਰੌਲਾ ਪੈ ਗਿਆ। ਫਿਰ ਤੀਰਾਂ ਦੇ ਮਾਰੂ ਰੌਲੇ ਨੇ ਬਹਾਦਰ ਸੂਰਮਿਆਂ ਦੀ ਹੋਸ਼ ਉਡਾ ਦਿੱਤੀ। ਅਖੀਰ ਜੰਗ ਵਿੱਚ ਮਰਦਾਨਗੀ ਵੀ ਕੀ ਕਰ ਸਕਦੀ ਸੀ, ਜੇ 40 ਆਦਮੀਆਂ ਉੱਤੇ ਬੇਸ਼ੁਮਾਰ ਫੌਜ ਟੁੱਟ ਪਈ ਹੋਵੇ। ਜਦ ਸੰਸਾਰ ਦਾ ਦੀਪਕ ਪਰਦੇ ਵਿੱਚ ਆ ਗਿਆ, ਰਾਤ ਦਾ ਸਵਾਮੀ ਚੰਦਰਮਾ ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ। ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ, ਪਰਮੇਸ਼ਰ ਉਸ ਦਾ ਪੰਥ ਪ੍ਰਦਰਸ਼ਨ ਕਰਦਾ ਹੈ। ਉਸ ਦਾ ਨਾ ਵਾਲ ਵਿੰਗਾ ਹੁੰਦਾ ਹੈ ਅਤੇ ਨਾ ਸਰੀਰ ਦੁੱਖ ਪਾਉਂਦਾ ਹੈ। ਪਰਮੇਸ਼ਰ ਵੈਰੀ ਨੂੰ ਮਾਰ ਕੇ ਉਸ ਨੂੰ ਖੁਦ ਬਾਹਰ ਕੱਢ ਲਿਆਉਂਦਾ ਹੈ। ਮੈਂ ਨਹੀਂ ਸਾਂ ਜਾਣਦਾ ਇਹ ਆਦਮੀ ਔਰੰਗਜ਼ੇਬ ਇਕਰਾਰ ਤੋੜਨ ਵਾਲਾ, ਦੌਲਤ ਦਾ ਪੁਜਾਰੀ ਤੇ ਇਮਾਨ ਨੂੰ ਪਰੇ ਸੁੱਟਣ ਵਾਲਾ ਹੈ। ਅਸਲ 'ਚ ਇਮਾਨ ਹੀ ਅਸਲੀ ਮੁਸਲਮਾਨ ਆ, ਜਿਹਦਾ ਇਮਾਨ ਕਾਇਮ ਆ। ਇਹ ਨਾ ਧਰਮ ਦੀ ਪਾਲਣਾ ਕਰਦਾ ਹੈ, ਨਾ ਧਰਮ ਦੇ ਵਿਧਾਨ ਨੂੰ ਮੰਨਦਾ ਹੈ, ਨਾ ਪ੍ਰਭੂ ਦੀ ਕੋਈ ਪਛਾਣ ਹੈ ਅਤੇ ਨਾ ਹੀ ਮੁਹੰਮਦ 'ਤੇ ਕੋਈ ਯਕੀਨ ਹੈ। ਆਹ ਗੱਲ ਤੇ ਔਰੰਗਜ਼ੇਬ ਡੁੱਬ ਗਿਆ ਹੋਣਾ ਜਮੀ। ਹਰ ਉਹ ਆਦਮੀ ਜੋ ਇਮਾਨ ਦੀ ਪਾਲਣਾ ਕਰਦਾ ਹੈ, ਉਹ ਆਪਣੇ ਇਕਰਾਰ ਤੋਂ ਕਦੇ ਪਿੱਛੇ ਨਹੀਂ ਹਟਦਾ। ਇਸ ਮਰਦ ਦਾ, ਭਾਵ ਔਰੰਗਜ਼ੇਬ ਦਾ, ਜ਼ਰਾ ਜਿੰਨਾ ਵੀ ਵਿਸ਼ਵਾਸ ਨਹੀਂ ਹੈ, ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮੇਸ਼ਰ ਨੂੰ ਇੱਕ ਮੰਨਦਾ ਹੈ। ਜੇ ਉਹ ਹੁਣ ਕੁਰਾਨ ਦੀਆਂ 100 ਕਸਮਾਂ ਖਾ ਲਏ ਤਾਂ ਵੀ ਮੈਂ ਰਤਾ ਜਿੰਨਾ ਯਕੀਨ ਨਹੀਂ ਕਰ ਸਕਦਾ। ਜੇ ਤੇਰਾ ਕੁਰਾਨ ਉੱਤੇ ਯਕੀਨ ਹੁੰਦਾ ਤਾਂ ਤੂੰ ਲੱਕ ਬੰਨ੍ਹ ਕੇ ਸਾਹਮਣੇ ਆ ਜਾਂਦਾ। ਤੇਰੇ ਸਿਰ ਉੱਤੇ ਕਸਮ ਨੂੰ ਪੂਰਾ ਕਰਨ ਦਾ ਫਰਜ਼ ਬਣਦਾ ਹੈ, ਕਿਉਂਕਿ ਮੈਂ ਤੈਨੂੰ ਤੇਰੇ ਖੁਦਾ ਦੀ ਕਸਮ ਦਿੰਦਾ ਹਾਂ। ਜੇ ਹਜ਼ਰਤ ਮੇਰੇ ਸਾਹਮਣੇ ਖੜੇ ਹੁੰਦੇ, ਹਜ਼ਰਤ ਮੁਹੰਮਦ ਜਿਨ੍ਹਾਂ ਨੇ ਕੁਰਾਨ ਲਿਖੀ ਆ, ਤਾਂ ਦਿਲੋਂ ਜਾਨ ਨਾਲ ਸਾਰੇ ਕੰਮ ਦਾ ਪਤਾ ਲੱਗ ਜਾਂਦਾ। ਹੁਣ ਤੇਰਾ ਫਰਜ਼ ਬਣਦਾ ਹੈ ਕਿ ਤੂੰ ਕੰਮ ਨੂੰ ਪੂਰਾ ਕਰੇ ਅਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰੇ। ਮੇਰੇ ਕੋਲ ਤੇਰਾ ਲਿਖਿਆ ਹੋਇਆ ਖੱਤ ਪਹੁੰਚਿਆ ਤੇ ਜ਼ੁਬਾਨੀ ਵੀ ਕਿਹਾ ਗਿਆ ਕਿ ਇਹ ਕੰਮ ਆਰਾਮ ਨਾਲ ਹੋ ਜਾਏਗਾ, ਵੀ ਤੂੰ ਕਿਲ੍ਹਾ ਛੱਡ ਦੇ, ਆਰਾਮ ਨਾਲ ਸਾਰਾ ਕੁਝ ਹੋ ਜਾਊ। ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਵਾਅਦੇ ਦਾ ਪੱਕਾ ਹੋਵੇ, ਇਹੋ ਜਿਹਾ ਨਾ ਹੋਵੇ ਕਿ ਢਿੱਡ ਵਿੱਚ ਕੁਝ ਹੋਰ ਅਤੇ ਮੂੰਹ ਵਿੱਚ ਕੁਝ ਹੋਰ। ਉਹ ਸੱਚੇ ਸੀ ਨਾ, ਸਾਰਿਆਂ ਨੂੰ ਸੱਚੇ ਸਮਝਦੇ ਸੀ। ਜੋ ਕਾਜੀ ਨੇ ਮੈਨੂੰ ਕਿਹਾ, ਮੈਂ ਉਸ ਤੋਂ ਬਾਹਰ ਨਹੀਂ ਹਾਂ, ਪਰ ਜੇ ਤੂੰ ਹਾਲੇ ਵੀ ਉਸ ਰਸਤੇ 'ਤੇ ਹੋਵੇਂ। ਲਿਖਣ ਵੇਲੇ ਵੀ ਕਹਿੰਦੇ ਨੇ ਵੀ ਮੈਂ ਹਜੇ ਵੀ ਉਸ ਵਾਅਦੇ 'ਤੇ ਖੜ੍ਹਾ, ਜੇ ਤੂੰ ਆ ਜਾਵੇਂ ਉਸੇ ਗੱਲ 'ਤੇ। ਫਿਰ ਜੇ ਤੈਨੂੰ ਕੁਰਾਨ ਵਾਲਾ ਕਰਾਰਨਾਮਾ ਚਾਹੀਦਾ ਹੈ ਤਾਂ ਮੈਂ ਉਹ ਵੀ ਤੇਰੇ ਕੋਲ ਭੇਜ ਦੂੰ, ਵੀ ਮੈਂ ਚਿੱਠੀ ਵੀ ਤੈਨੂੰ ਭੇਜ ਦੂੰਗਾ ਜੇ ਤੈਨੂੰ ਯਕੀਨ ਨਹੀਂ ਆਉਂਦਾ, ਜਿੱਤੇ ਤਾਂ ਸਹੁੰ ਖਾਧੀ ਸੀਗੀ। ਜੇ ਤੂੰ ਕਾਂਗੜੇ ਕਸਬੇ ਵਿੱਚ ਆ ਜਾਵੇਂ, ਹਿਮਾਚਲ ਦਾ ਜਿਹੜਾ ਕਾਂਗੜਾ, ਤਾਂ ਉਸ ਪਿੱਛੋਂ ਆਪਸ ਵਿੱਚ ਮੁਲਾਕਾਤ ਹੋ ਜਾਵੇਗੀ। ਤੈਨੂੰ ਇਸ ਰਾਹ 'ਤੇ ਆਉਣ ਵਿੱਚ ਕੋਈ ਖਤਰਾ ਨਹੀਂ, ਕਿਉਂਕਿ ਸਾਰੀ ਬਰਾੜ ਕੌਮ ਮੇਰੇ ਕਹਿਣੇ ਵਿੱਚ ਹੈ। ਇੱਥੇ ਬੇਇੱਜ਼ਤੀ ਕੀਤੀ ਆ ਵੀ ਤੇਰੇ ਮੰਤਰੀ ਤੇਰੇ ਕਹਿਣੇ ਤੋਂ ਬਾਹਰ ਹੋ ਕੇ ਮੇਰੇ ਨਾਲ ਲੜੇ, ਪਰ ਮੇਰੇ ਸਿਪਾਹੀ ਮੇਰੇ ਕਹਿਣੇ 'ਚ ਨੇ। ਬਹੁਤ ਡੂੰਘੀਆਂ ਗੱਲਾਂ ਕਹੀਆਂ ਹੋਈਆਂ। ਇੱਥੇ ਆਓ ਤਾਂ ਜੋ ਖੁਦ ਜ਼ੁਬਾਨੀ ਗੱਲਬਾਤ ਹੋਵੇ, ਮਿਹਰਬਾਨੀਆਂ ਦਾ ਆਦਾਨ ਪ੍ਰਦਾਨ ਹੋਵੇ, ਇੱਕ ਹਜ਼ਾਰੀ ਦਾ ਖਿਤਾਬ ਦੇ ਕੇ ਇਹ ਇਲਾਕਾ ਦਿੱਤਾ ਜਾਵੇ। ਹੁਣ ਉਹਨਾਂ ਦੇ 4 ਬੱਚੇ ਮਾਰਤੇ ਸੀਗੇ ਤਾਂ ਵੀ ਉਹ ਸੰਧੀ ਕਰਨ ਨੂੰ ਤਿਆਰ ਸੀਗੇ। ਇਹ ਉਹਨਾਂ ਦੀ ਸਿਆਸਤ ਸੀਗੀ, ਮਤਲਬ ਇਹ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਪੜ੍ਹਿਆ ਸੀ ਵੀ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ। ਉਹਨਾਂ ਨੂੰ ਪਤਾ ਸੀਗਾ ਵੀ ਬੱਚੇ ਸਭ ਪਰਮੇਸ਼ਰ ਦੇ ਦਿੱਤੇ ਹੁੰਦੇ ਨੇ, ਉਹਨੇ ਲੈ ਲਏ ਫਿਰ ਕੀ ਆ। ਜਿਹੜਾ ਔਰੰਗਜ਼ੇਬ ਉਹ ਵੀ ਤਾਂ ਪਰਮੇਸ਼ਰ ਦਾ ਹੀ ਆ, ਉਹ ਵੀ ਭਾਣੇ 'ਚ ਚੱਲ ਰਿਹਾ, ਵੀ ਕੋਈ ਭਾਣੀ ਸੀਗਾ। ਭਾਣੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਮਿੱਠਾ ਕਰਕੇ ਮੰਨਿਆ। ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਹਾਂ, ਜੇ ਉਸ ਦਾ ਹੁਕਮ ਆ ਜਾਵੇ ਤਾਂ ਜਾਨ ਸਮੇਤ ਹਾਜ਼ਰ ਹਾਂ। ਜੇਕਰ ਉਸ ਪਰਮੇਸ਼ਰ ਦਾ ਮੈਨੂੰ ਫਰਮਾਨ ਆ ਗਿਆ ਤਾਂ ਮੈਂ ਤੇਰੇ ਪਾਸ ਜਿੰਦਾ ਅਤੇ ਸਰੀਰ ਸਹਿਤ ਆ ਜਾਵਾਂਗਾ। ਜੇ ਤੂੰ ਪਰਮੇਸ਼ਰ ਦੀ ਪੂਜਾ ਕਰਨ ਵਾਲਾ ਹੈ ਤਾਂ ਮੇਰੇ ਕੰਮ ਨੂੰ ਕਰਨ ਵਿੱਚ ਸੁਸਤੀ ਨਾ ਕਰੀਂ। ਤੈਨੂੰ ਚਾਹੀਦਾ ਕਿ ਪਰਮੇਸ਼ਰ ਨੂੰ ਪਛਾਣੇ ਅਤੇ ਕਿਸੇ ਦੇ ਕਹੇ 'ਤੇ ਕਿਸੇ ਨੂੰ ਦੁਖੀ ਨਾ ਕਰੇ।
ਤੂੰ ਖਲਕ ਦਾ ਸਰਦਾਰ ਹੈ ਅਤੇ ਗੱਦੀ ਨਸ਼ੀਂ ਬਾਦਸ਼ਾਹ ਹੈ। ਤੇਰਾ ਇਨਸਾਫ ਅਜੀਬ ਹੈ, ਤੇਰੀਆਂ ਸਿਫਤਾਂ ਵੀ ਅਜੀਬ ਹਨ, ਤੇਰਾ ਨਿਆਂ ਅਜੀਬ ਹੈ ਅਤੇ ਤੇਰੀ ਧਰਮ ਪਾਲਣਾ ਵੀ ਅਸਚਰਜ ਹੈ। ਸੱਚਮੁੱਚ ਤੇਰੀ ਸਰਦਾਰੀ 'ਤੇ ਅਫਸੋਸ ਹੈ, 100 ਵਾਰ ਅਫਸੋਸ ਹੈ। ਤੇਰੀ ਸ਼ਰ੍ਹਾਂ ਦਾ ਆਧਾਰ ਬਹੁਤ ਅਜੀਬ ਹੈ, ਸੱਚਾਈ ਤੋਂ ਬਿਨਾਂ ਹੋਰ ਕੁਝ ਕਹਿਣਾ ਨੁਕਸਾਨਦੇਹ ਹੈ। ਨਿਰਦਈ ਹੋ ਕੇ ਕਿਸੇ ਦਾ ਖੂਨ ਕਰਨ ਲਈ ਤਲਵਾਰ ਨਾ ਚਲਾ, ਕਿਉਂਕਿ ਤੇਰਾ ਵੀ ਇੱਕ ਦਿਨ ਪਰਮੇਸ਼ਰ ਦੀ ਤਲਵਾਰ ਨਾਲ ਖੂਨ ਡੁੱਲੇਗਾ। ਹੇ ਬੰਦੇ, ਤੂੰ ਗਾਫਲ ਨਾ ਹੋ, ਪਰਮੇਸ਼ਰ ਨੂੰ ਪਛਾਣ। ਉਹ ਬਹੁਤ ਬੇਨਿਆਜ਼ ਹੈ ਅਤੇ ਉਸ ਨੂੰ ਕਿਸੇ ਦੀ ਖੁਸ਼ਾਮਦ ਦੀ ਲੋੜ ਨਹੀਂ। ਉਹ ਬਹੁਤ ਨਿਡਰ ਹੈ ਅਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਉਹ ਧਰਤੀ ਅਤੇ ਆਕਾਸ਼ ਦਾ ਸੱਚਾ ਪਾਤਸ਼ਾਹ ਹੈ। ਉਹ ਪਰਮੇਸ਼ਰ ਧਰਤੀ ਅਤੇ ਆਕਾਸ਼ ਦਾ ਸੁਆਮੀ ਹੈ। ਉਹ ਹਰ ਵਿਅਕਤੀ ਦੇ ਹਰ ਸਥਾਨ ਨੂੰ ਬਣਾਉਣ ਵਾਲਾ ਹੈ। ਉਹ ਕੀੜੀ ਤੋਂ ਲੈ ਕੇ ਹਾਥੀ ਦੀ ਪਾਲਣਾ ਕਰਦਾ ਹੈ। ਉਹ ਨਿਤਾਣਿਆਂ ਦਾ ਤਾਣ ਹੈ ਅਤੇ ਉਸ ਤੋਂ ਬੇਖਬਰਾਂ ਨੂੰ ਨਸ਼ਟ ਕਰਨ ਵਾਲਾ ਹੈ। ਉਹ ਫਰਿਆਦੀਆਂ ਨੂੰ ਨਿਵਾਜਣ ਵਾਲਾ ਹੈ। ਉਹ ਕਿਸੇ ਤਰ੍ਹਾਂ ਦੀ ਖੁਸ਼ਾਮਦ ਜਾਂ ਭੇਟ ਦਾ ਲੋੜਵੰਦ ਨਹੀਂ ਹੈ ਅਤੇ ਬੇਪਰਵਾਹ ਹੈ। ਉਸ ਦਾ ਕੋਈ ਰੰਗ ਨਹੀਂ ਹੈ, ਨਾ ਹੀ ਕੋਈ ਚਿੰਨ੍ਹ ਹੈ। ਉਹ ਰਾਹ ਦੱਸਣ ਵਾਲਾ ਹੈ ਅਤੇ ਰਸਤੇ ਉੱਤੇ ਲੈ ਕੇ ਚੱਲਣ ਵਾਲਾ ਵੀ ਉਹੀ ਹੈ। ਤੇਰੇ ਸਿਰ ਉੱਤੇ ਕੁਰਾਨ ਦੀ ਕਸਮ ਦਾ ਫਰਜ਼ ਲਾਗੂ ਹੈ, ਇਸ ਲਈ ਆਪਣੇ ਕੀਤੇ ਹੋਏ ਵਚਨ ਨੂੰ ਸਿਰੇ ਚੜ੍ਹਾ। ਤੂੰ ਆਪਣੀ ਬੁੱਧੀ ਨਾਲ ਕੰਮ ਕਰ ਅਤੇ ਤੂੰ ਆਪਣੇ ਕੰਮਾਂ ਨੂੰ ਪੂਰੀ ਦ੍ਰਿੜਤਾ ਨਾਲ ਪੂਰਾ ਕਰ। ਕੀ ਹੋਇਆ ਔਰੰਗਜ਼ੇਬ, ਤੂੰ ਮੇਰੇ 4 ਬੱਚੇ ਮਾਰ ਦਿੱਤੇ ਹਨ, ਪਰ ਅਜੇ ਕੁੰਡਲੀਆ ਨਾਗ ਮੇਰਾ ਖਾਲਸਾ ਜਿਉਂਦਾ ਹੈ। ਇਸ ਵਿੱਚ ਕੀ ਮਰਦਾਨਗੀ ਹੈ ਕਿ ਤੂੰ ਚੰਗਿਆੜੀਆਂ ਨੂੰ ਬੁਝਾ ਦੇ, ਪਰ ਇਸ ਤਰ੍ਹਾਂ ਤੂੰ ਭੜਕਦੀ ਹੋਈ ਅੱਗ ਨੂੰ ਹੋਰ ਮਚਾ ਰਿਹਾ ਹੈ। ਫਿਰਦੌਸੀ ਸ਼ਾਇਰ ਨੇ ਬਹੁਤ ਸੋਹਣੀ ਬੋਲੀ ਵਿੱਚ ਕਿਹਾ ਹੈ ਕਿ ਜਲਦਬਾਜ਼ੀ ਵਿੱਚ ਕੀਤਾ ਕੰਮ ਸ਼ੈਤਾਨਾਂ ਦਾ ਕੰਮ ਹੈ। ਜਦੋਂ ਮੈਂ ਤੇਰੇ ਰੱਬ ਹਜ਼ਰਤ ਦੀ ਦਰਗਾਹ ਵਿੱਚ ਆਵਾਂਗਾ, ਉਸ ਦਿਨ ਤੂੰ ਆਪੇ ਗਵਾਹ ਬਣ ਜਾਵੇਂਗਾ। ਜੇ ਤੂੰ ਇਸ ਨੂੰ ਵੀ ਭੁੱਲ ਜਾਏਂਗਾ ਤਾਂ ਰੱਬ ਤੈਨੂੰ ਭੁਲਾ ਦੇਵੇਗਾ। ਜੇ ਤੂੰ ਇਸ ਕੰਮ ਲਈ ਲੱਕ ਬੰਨ੍ਹ ਲਵੇਂਗਾ ਤਾਂ ਪਰਮੇਸ਼ਰ ਤੈਨੂੰ ਇਸ ਦਾ ਚੰਗਾ ਫਲ ਦੇਵੇਗਾ। ਧਰਮ ਦੀ ਪਾਲਣਾ ਕਰਨਾ ਸਭ ਤੋਂ ਚੰਗਾ ਨੇਕ ਕੰਮ ਹੈ। ਜੇ ਤੂੰ ਪਰਮੇਸ਼ਰ ਨੂੰ ਪਛਾਣੇਗਾ ਤਾਂ ਇਸ ਤੋਂ ਵੀ ਸ੍ਰੇਸ਼ਟ ਹੋ ਜਾਵੇਗਾ। ਹੁਣ ਆਹ ਬਹੁਤ ਜ਼ਰੂਰੀ ਗੱਲ ਹੈ, ਦਸਮ ਪਾਤਸ਼ਾਹ ਨੇ ਲਿਖੀ ਆ, ਲੋਕਾਂ ਨੂੰ ਸਮਝਣੀ ਚਾਹੀਦੀ ਹੈ ਵੀ ਜਿਹੜਾ ਸਰੀਰਕ ਤੌਰ 'ਤੇ ਜਾਂ ਦੁਨਿਆਵੀ ਧਰਮ ਆ ਉਹ ਬਹੁਤ ਵਧੀਆ ਕੰਮ ਆ, ਠੀਕ ਆ, ਪਰ ਉਹ ਪਰਮੇਸ਼ਰ ਨੂੰ ਨਹੀਂ ਪਛਾਣ ਰਹੇ। ਪਰਮੇਸ਼ਰ ਨੂੰ ਪਛਾਣਨਾ ਆਮ ਧਰਮ ਮਤਲਬ ਅੰਮ੍ਰਿਤ ਛਕਣ ਤੋਂ ਵੀ ਸ੍ਰੇਸ਼ਟ ਆ। ਉਹਨਾਂ ਨੇ ਆਪ ਲਿਖਿਆ ਹੈ, ਬਾਣੇ ਤੋਂ ਵੀ ਸ੍ਰੇਸ਼ਟ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਸਵਈਆਂ 'ਚ ਕਿਹਾ। ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਛਾਣਨ ਵਾਲਾ ਨਹੀਂ ਹੈ, ਕਿਉਂਕਿ ਤੇਰੇ ਤੋਂ ਬਹੁਤ ਦਿਲ ਦੁਖਾਉਣ ਵਾਲੇ ਕੰਮ ਹੋ ਚੁੱਕੇ ਹਨ। ਤੂੰ ਕਿਰਪਾਲੂ ਪਰਮੇਸ਼ਰ ਨੂੰ ਅਜੇ ਨਹੀਂ ਪਛਾਣਦਾ। ਤੇਰੀ ਇਤਨੀ ਬਾਦਸ਼ਾਹੀ ਅਤੇ ਦੌਲਤ ਨੂੰ ਉਹ ਪਰਮੇਸ਼ਰ ਕੁਝ ਵੀ ਨਹੀਂ ਸਮਝਦਾ। ਜਮਾ ਹੀ ਸਿਰੇ ਲਾਈ ਪਈ ਆ, ਬਾਹਲਾ ਸਿਰੇ ਲਿਖਿਆ ਹੋਇਆ। ਜੇ ਤੂੰ ਹੁਣ ਕੁਰਾਨ ਦੀਆਂ 100 ਕਸਮਾਂ ਵੀ ਖਾ ਲਏ ਤਾਂ ਵੀ ਉਹਨਾਂ ਉੱਤੇ ਮੇਰਾ ਜ਼ਰਾ ਜਿੰਨਾ ਵੀ ਵਿਸ਼ਵਾਸ ਨਹੀਂ। ਨਾ ਮੈਂ ਤੇਰੀ ਹਜ਼ੂਰੀ ਵਿੱਚ ਆਵਾਂਗਾ ਅਤੇ ਨਾ ਹੀ ਇਸ ਰਸਤੇ ਉੱਤੇ ਚੱਲਾਂਗਾ। ਆਹ ਜਮਾਂ ਹੀ ਬੇਇੱਜ਼ਤੀ ਕਰਤੀ। ਮਤਲਬ ਉਹ ਜਿਵੇਂ ਮੁੱਖ ਮੰਤਰੀ ਹੁੰਦੇ ਨੇ ਸਟੇਟ ਦੇ, ਛੋਟੇ ਰਾਜੇ ਹੁੰਦੇ ਨੇ, ਉਵੇਂ ਪਹਿਲਾਂ ਛੋਟੇ ਰਾਜੇ ਸੀਗੇ, ਫਿਰ ਇੱਕ ਸ਼ਹਿਨਸ਼ਾਹ ਜਾਂ ਬਾਦਸ਼ਾਹ ਹੁੰਦੇ ਨੇ, ਉਹ ਸਾਰੇ ਰਾਜਿਆਂ ਦੇ ਉੱਪਰ ਆ ਜਾ, ਜਿਵੇਂ ਪ੍ਰਧਾਨ ਮੰਤਰੀ ਹੋ ਗਿਆ ਅੱਜ ਕੱਲ੍ਹ ਮੁੱਖ ਮੰਤਰੀ ਉੱਤੇ। ਔਰੰਗਜ਼ੇਬ ਪ੍ਰਧਾਨ ਮੰਤਰੀ ਸੀਗਾ। ਉਹ ਪ੍ਰਧਾਨ ਮੰਤਰੀ ਨੂੰ ਕੋਈ ਆਮ ਬਾਗੀ ਹੋਇਆ ਕਰਾਰ ਕੀਤਾ ਹੋਇਆ ਬੰਦਾ ਕਹੇ ਵੀ ਮੈਂ ਨਹੀਂ ਤੇਰਾ ਕੁਛ ਮੰਨਦਾ ਹੈਗਾ ਕਾਨੂੰਨ ਕਾਨੂੰਨ, ਕਿੱਡੀ ਵੱਡੀ ਗੱਲ ਆ। ਉਹ ਤੋਂ ਬਾਅਦ ਹੁਣ ਉਹਨੂੰ ਪੁਚਕਾਰਨਗੇ ਵੀ ਉਹਦੇ ਮਾੜੀ ਮੋਟੀ ਸਿਫਤ ਕਰਕੇ। ਇਹ ਬਹੁਤ ਮਤਲਬ ਉੱਚੇ ਲੈਵਲ ਦੇ ਲਿਖਾਰੀ ਨੇ ਇਹ। ਬਾਦਸ਼ਾਹ ਦੇ ਕਹਿਣ 'ਤੇ ਮੈਂ ਕਿਤੇ ਵੀ ਨਹੀਂ ਜਾਵਾਂਗਾ, ਜਮੀ ਬਾਗੀ ਹੋ ਗਏ। ਹੇ ਔਰੰਗਜ਼ੇਬ ਬਾਦਸ਼ਾਹ, ਤੂੰ ਬਾਦਸ਼ਾਹੀ ਹਾਸਲ ਹੋਣ ਕਰਕੇ ਸ਼ਾਹਾਂ ਦਾ ਸ਼ਾਹ ਬਣਿਆ ਹੈ। ਤੂੰ ਬਹੁਤ ਫੁਰਤੀਲਾ ਅਤੇ ਚੰਗਾ ਘੋੜਸਵਾਰ ਹੈ। ਤੂੰ ਸੁੰਦਰ ਰੂਪ ਵਾਲਾ, ਜਲਾਲ ਵਾਲਾ ਅਤੇ ਚੰਗੀ ਜ਼ਮੀਰ ਵਾਲਾ, ਦੇਸ਼ ਦਾ ਮਾਲਕ ਅਤੇ ਅਮੀਰਾਂ ਦਾ ਸੁਆਮੀ ਹੈ। ਆ ਲੈਣ ਤੋਂ ਬਾਅਦ ਆਹ ਸਾਰੇ ਗੁਣ ਗਣਾ 'ਤੇ ਵੀ ਬੰਦਾ ਉਤਲਾ ਥੋੜ੍ਹਾ ਦੁੱਖ ਘੱਟ ਲੱਗੇ। ਤੂੰ ਚੰਗੀ ਅਕਲ ਵਾਲਾ ਅਤੇ ਤਲਵਾਰ ਚਲਾਉਣ ਵਿੱਚ ਪ੍ਰਵੀਨ ਹੈ। ਤੂੰ ਦੇਗ ਤੇਗ ਦਾ ਮਾਲਕ ਹੈ। ਤੂੰ ਸ੍ਰੇਸ਼ਟ ਜ਼ਮੀਰ ਵਾਲਾ ਅਤੇ ਸੁੰਦਰ ਰੂਪ ਵਾਲਾ ਹੈ। ਤੂੰ ਮੁਲਕ ਅਤੇ ਮਾਲ ਦਾ ਸੁਆਮੀ ਅਤੇ ਬਖਸ਼ਿਸ਼ ਕਰਨ ਵਾਲਾ ਹੈ। ਤੂੰ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਅਤੇ ਲੜਾਈ ਵਿੱਚ ਪਰਬਤ ਵਾਂਗ ਅਹਿੱਲ ਹੈ।
ਹਿੱਲਣੇ ਵਾਲਾ ਨਹੀਂ ਹੈਗਾ। ਤੇਰੀਆਂ ਦੇਵਤਿਆਂ ਵਰਗੀਆਂ ਸਿਫਤਾਂ ਹਨ। ਤੇਰਾ ਪ੍ਰਕਾਸ਼ ਆਕਾਸ਼ ਦੀ ਚੋਟੀ ਤੱਕ ਵਿਆਪਕ ਹੈ। ਹੇ ਔਰੰਗਜ਼ੇਬ, ਭਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਹੈ ਅਤੇ ਵਕਤ ਦਾ ਹਾਕਮ ਵੀ ਹੈ, ਪਰ ਤੂੰ ਧਰਮ ਤੋਂ ਬਹੁਤ ਦੂਰ ਹੈ ਵੀ ਤੈਨੂੰ ਪਰਮੇਸ਼ਰ ਦੀ ਪਛਾਣ ਨਹੀਂ ਹੈ। ਮੈਂ ਮੂਰਤੀ ਆਪ ਬਹੁਤ ਵੱਡੀ ਗੱਲ ਹੈ ਜਿਹੜੀ ਆਹ ਲਿਖੀ। ਮੈਂ ਮੂਰਤੀ ਪੂਜ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ। ਉਹ ਬੁੱਤਾਂ ਦੀ ਪੂਜਾ ਕਰਦੇ ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। ਕਿੱਡੀ ਗੱਡੀ ਗੱਲ ਲਿਖਤੀ। ਹੁਣ ਬੁੱਤ ਤੋੜਨ ਵਾਲਾ, ਤਾਂ ਹੀ ਦਸਮ ਗ੍ਰੰਥ ਦਾ ਵਿਰੋਧ ਕਰਦੇ ਨੇ ਸਾਰੇ ਸਨਾਤਨੀ ਸਿੱਖ। ਚਕਾਤਾ ਗੁਰਦੁਆਰਿਆਂ 'ਚ, ਕਿਉਂਕਿ ਦਸਮ ਗ੍ਰੰਥ ਰਹਿਣ ਨਹੀਂ ਦਿੰਦਾ। ਪਰ ਪਖੰਡ ਖਾਲਸਤਤ ਜਿਹਨੇ ਪੜ੍ਹ ਲਈ ਉਹ ਪਖੰਡ ਦੇ ਨੇੜੇ ਵੀ ਨਹੀਂ ਆਉਂਦਾ। ਇਸੇ ਕਰਕੇ ਤਾਂ ਉਹਨਾਂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਇਹੋ ਜਿਹੀਆਂ ਗੱਲਾਂ। ਹੇ ਔਰੰਗਜ਼ੇਬ, ਜ਼ਮਾਨੇ ਦੀ ਬੇਵਫਾਈ ਦਾ ਹਾਲ ਦੇਖ। ਇਹ ਜਿਸ ਦੇ ਪਿੱਛੇ ਪੈ ਜਾਂਦਾ ਹੈ ਉਸ ਨੂੰ ਹਾਨੀ ਪਹੁੰਚਾਉਂਦਾ ਹੈ। ਉਹ ਪਾਕ ਅਤੇ ਨੇਕ ਪਰਮੇਸ਼ਰ ਦੀ ਕੁਦਰਤ ਨੂੰ ਵੀ ਦੇਖ, ਜੋ 1 ਜਾਂ 2 ਤੋਂ 10 ਲੱਖ ਨੂੰ ਮਰਵਾ ਦਿੰਦਾ ਹੈ। ਦੁਸ਼ਮਣ ਕੀ ਕਰ ਸਕਦਾ ਹੈ ਜੇ ਪਰਮੇਸ਼ਰ ਰੂਪੀ ਦੋਸਤ ਮਿਹਰਬਾਨ ਹੋਵੇ। ਕਿੰਨਾ ਵਿਸ਼ਵਾਸ ਸੀਗਾ ਪਰਮੇਸ਼ਰ। ਉਸ ਪਰਮੇਸ਼ਰ ਦਾ ਕੰਮ ਹੀ ਬਖਸ਼ਿਸ਼ ਕਰਨਾ ਹੈ। ਉਹ ਪਰਮੇਸ਼ਰ ਬੰਧਨ ਖਲਾਸ ਕਰਨ ਵਾਲਾ ਅਤੇ ਪੰਥ ਪ੍ਰਦਰਸ਼ਕ ਹੈ। ਜੀਵ ਨੂੰ ਸਿਫਤ ਕਰਨ ਦੀ ਪਛਾਣ ਪ੍ਰਦਾਨ ਕਰਦਾ ਹੈ। ਆਹ ਜੀਵ ਨੂੰ ਸਿਫਤ ਕਰਨ ਦੀ ਪਛਾਣ ਗੋਬਿੰਦ ਸਿੰਘ ਜੀ ਕੋਲ ਸੀਗੀ, ਤਾਂ ਹੀ ਤਾਂ ਉਹ ਸਿਫਤ ਕਰਦੇ ਸੀਗੇ ਪੂਰੀ ਰੀਝ ਲਾ ਕੇ ਹਰੇਕ ਲਿਖਤ ਦੇ ਸ਼ੁਰੂ 'ਚ। ਉਹ ਵੈਰੀ ਨੂੰ ਮਾੜਾ ਕਰਮ ਕਰਨ ਵੇਲੇ ਅੰਨਾ ਕਰ ਦਿੰਦਾ ਹੈ। ਅਨਾਥਾਂ ਨੂੰ ਬਿਨਾਂ ਕਿਸੇ ਕਸ਼ਟ ਦੇ ਵੈਰੀਆਂ ਦੇ ਘੇਰੇ 'ਚੋਂ ਬਾਹਰ ਕੱਢ ਦਿੰਦਾ ਹੈ। ਅਤੇ ਹਰ ਉਹ ਆਦਮੀ ਜੋ ਸੱਚਾਈ ਦੀ ਕਮਾਈ ਕਰਦਾ ਹੈ, ਪਰਮੇਸ਼ਰ ਉਸ ਨਾਲ ਕਿਰਪਾ ਦਾ ਵਰਤਾਓ ਕਰਦਾ ਹੈ। ਜੇ ਕੋਈ ਦਿਲ ਅਤੇ ਜਾਨ ਨਾਲ ਉਸ ਦੀ ਸੇਵਾ ਵਿੱਚ ਆਉਂਦਾ ਹੈ, ਪਰਮੇਸ਼ਰ ਉਸ ਉੱਤੇ ਸੁੱਖਾਂ ਭਰੀ ਬਖਸ਼ਿਸ਼ ਕਰਦਾ ਹੈ। ਦੁਸ਼ਮਣ ਉਸ ਨਾਲ ਕੀ ਚਾਲਬਾਜ਼ੀ ਕਰ ਸਕਦਾ ਹੈ ਜਿਸ ਉੱਤੇ ਪਰਮੇਸ਼ਰ ਰਹਿਮ ਕਰਨ ਵਾਲਾ ਹੋਵੇ। ਜੇ ਇੱਕ ਉੱਤੇ 1 ਲੱਖ ਬੰਦਾ ਚੜ੍ਹ ਕੇ ਆ ਜਾਵੇ ਤਾਂ ਰੱਬ ਆਪ ਉਸ ਦੀ ਰਖਵਾਲੀ ਕਰਦਾ ਹੈ। ਜੇ ਤੇਰੀ ਨਜ਼ਰ ਫੌਜ ਅਤੇ ਧਨ ਦੌਲਤ 'ਤੇ ਹੈ ਤਾਂ ਮੇਰੀ ਨਜ਼ਰ ਪਰਮੇਸ਼ਰ ਦਾ ਸ਼ੁਕਰ ਕਰਨ ਵੱਲ ਹੈ। ਜੇ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ ਤਾਂ ਮੈਨੂੰ ਪਰਮੇਸ਼ਰ ਦੀ ਓਟ ਦਾ ਮਾਣ ਹੈ। ਤੂੰ ਗਾਫਲ ਨਾ ਬਣ, ਕਿਉਂਕਿ ਸੰਸਾਰ ਇੱਕ ਸਰਾਂ ਵਾਂਗ ਹੈ। ਇਹ ਸੰਸਾਰ ਦਾ ਸਮਾਂ ਸਭ ਦੇ ਸਿਰਾਂ ਉੱਤੇ ਲੰਘਦਾ ਜਾ ਰਿਹਾ ਹੈ। ਤੂੰ ਇਸ ਜ਼ਮਾਨੇ ਦੀ ਬੇਵਫਾਈ ਦੇ ਚੱਕਰ ਨੂੰ ਦੇਖ ਕਿ ਇਹ ਹਰ ਮਕਾਨ ਅਤੇ ਮਕਾਨ ਵਿੱਚ ਰਹਿਣ ਵਾਲਿਆਂ ਉੱਪਰੋਂ ਲੰਘ ਰਿਹਾ ਹੈ। ਜੇ ਤੂੰ ਬਹੁਤ ਬਲਵਾਨ ਹੈ ਤਾਂ ਗਰੀਬਾਂ ਨੂੰ ਦੁੱਖ ਨਾ ਦੇ। ਆਪਣੇ ਆਪ ਨੂੰ ਗਰੀਬ ਕਹਿ ਰਹੇ ਨੇ। ਆਪਣੀ ਕਸਮ ਦੇ ਤੇਸੇ ਨਾਲ ਉਹਨਾਂ ਦੀ ਛਿੱਲ ਨਾ ਲਾ। ਜੇ ਪਰਮੇਸ਼ਰ ਵਰਗਾ ਦੋਸਤ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ। ਚਾਹੇ ਦੁਸ਼ਮਣ 100 ਗੁਣਾ ਦੁਸ਼ਮਣੀ ਕਿਉਂ ਨਾ ਕਮਾਉਂਦਾ ਰਹੇ। ਜੇ ਵੈਰੀ ਇੱਕ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ 'ਚ ਵੀ ਚੜ੍ਹ ਆਵੇ ਤਾਂ ਵੀ ਉਹ ਉਸਦਾ ਇੱਕ ਵਾਲ ਵੀ ਵਿੰਗਾ ਨਹੀਂ ਕਰ ਸਕਦਾ।